ਸਤਿ ਸ਼੍ਰੀ ਅਕਾਲ ਜੀ। ਪੀ ਨਿਊਜ਼ 13 ਦੇਖਦੇ ਸਾਰੇ ਸਰੋਤਿਆਂ ਦਾ ਸਵਾਗਤ ਹੈ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਆਉਣ ਵਾਲੀ 14 ਫਰਵਰੀ ਨੂੰ ਜਿਹੜੀਆਂ ਨਗਰ ਕੌਂਸਲ ਤੇ ਨਗਰ ਪੰਚਾਇਤ ਦੀਆਂ ਚੋਣਾਂ ਦਾ ਬਿਗਲ ਵੱਜ ਚੁੱਕਾ ਹੈ ਔਰ ਸਿਆਸੀ ਗਲਿਆਰਿਆਂ ਦੇ ਵਿੱਚ ਹਲਚਲ ਵੱਧ ਚੁੱਕੀ ਹੈ। ਅਸੀਂ ਇਸ ਵਕਤ ਖੜੇ ਹਾਂ ਫਲੋਰ ਦੇ ਮੇਨ ਬਾਜ਼ਾਰ ਦੇ ਵਿੱਚ। ਅੱਜ ਅਸੀਂ ਫਲੋਰ ਦੇ ਵਾਸੀਆਂ ਦੇ ਨਾਲ ਗੱਲ ਕਰਾਂਗੇ ਵੀ ਉਹਨਾਂ ਨੂੰ ਕਿਹੋ ਜਿਹਾ ਕੈਂਡੀਡੇਟ ਚਾਹੀਦਾ ਹੈ ਔਰ ਕੀ ਜਿਹੜੀਆਂ ਫਲੋਰ ਸ਼ਹਿਰ ਦੀਆਂ ਸਮੱਸਿਆਵਾਂ ਨੇ ਉਹਦੇ ਬਾਰੇ ਤੁਹਾਨੂੰ ਜਾਣੂ ਕਰਾਵਾਂਗੇ। ਆਜੋ ਲੈ ਚੱਲੀਏ ਤੁਹਾਨੂੰ ਮੇਨ ਬਾਜ਼ਾਰ ਫਲੋਰ ਦੇ ਵਿੱਚ। ਸਾਡੇ ਨਾਲ ਫਲੋਰ ਸ਼ਹਿਰ ਦੇ ਵਸਨੀਕ ਹਾਜ਼ਰ ਨੇ, ਚਲੋ ਉਹਨਾਂ ਦੇ ਨਾਲ ਗੱਲਬਾਤ ਕਰ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ ਸਰ। ਪੀ ਨਿਊਜ਼ 13 'ਚ ਤੁਹਾਡਾ ਸਵਾਗਤ ਹੈ ਜੀ। ਪੀ ਨਿਊਜ਼ 13 ਦੀ ਅੱਜ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਇਸ ਗੱਲ ਦੀ ਮੁਬਾਰਕਬਾਦ ਦਿੰਦਾ ਵਾਂ ਕਿ ਤੁਸੀਂ ਨਗਰ ਕੌਂਸਲ ਫਲੋਰ ਦੇ ਵਿੱਚ ਹੀ ਨਹੀਂ, ਜਿਹੜੇ ਸਮੁੱਚੇ ਪੰਜਾਬ ਦੇ ਵਿੱਚ ਨਗਰ ਕੌਂਸਲਾਂ ਨਗਰ ਪੰਚਾਇਤਾਂ ਦੇ ਚੁਣਾਵ ਹੋਣ ਜਾ ਰਹੇ ਆ ਔਰ ਅੱਜ ਤੁਸੀਂ ਵਿੱਚ ਫਲੋਰ ਸ਼ਹਿਰ ਦੇ ਵੱਖ-ਵੱਖ ਨੁਮਾਇੰਦਿਆਂ ਕੋਲ ਮੇਨ ਬਾਜ਼ਾਰ ਫਲੋਰ ਦੇ ਵਿੱਚ ਪਹੁੰਚੇ ਹੋ। ਇਸ ਵਾਸਤੇ ਪਹਿਲਾਂ ਸਭ ਤੋਂ ਤੁਹਾਡਾ ਵੀ ਨਿੱਘਾ ਸਵਾਗਤ ਹੈ। ਜੀ ਆਇਆਂ ਨੂੰ ਬੰਡਲ ਆਫ ਕਿ ਤੁਸੀਂ ਸਾਰੀ ਇਸ ਰਿਕਵਰੀ ਵਾਸਤੇ ਅੱਜ ਸਾਡੇ ਸ਼ਹਿਰ ਫਲੋਰ ਵਿੱਚ ਪਹੁੰਚੇ ਹੋ। ਤੇ ਸਰ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ 14 ਫਰਵਰੀ ਨੂੰ ਜਿਹੜੀਆਂ ਨਗਰ ਕੌਂਸਲ ਫਲੋਰ ਦੀਆਂ ਜਿਹੜੀਆਂ ਉਹ ਇਲੈਕਸ਼ਨਾਂ ਪੂਰੇ ਪੰਜਾਬ 'ਚ ਹੋਣ ਜਾ ਰਹੀਆਂ ਨੇ, ਉਹਦੇ ਸੰਬੰਧੀ ਤੁਸੀਂ ਕਿੱਦਾਂ ਦਾ ਕੈਂਡੀਡੇਟ ਚਾਹੁੰਦੇ ਹੋ? ਦੇਖੋ ਜੀ, ਨਗਰ ਕੌਂਸਲ ਫਲੋਰ ਦੀਆਂ ਸਭ ਤੋਂ ਪਹਿਲਾਂ ਤਾਂ ਬਾਤ ਇਹ ਆ ਕਿ ਜਿਹੜੇ ਨਗਰ ਕੌਂਸਲਾਂ ਦੇ ਚੁਣਾਵ ਹੁੰਦੇ ਆ ਥਰੂ ਆਊਟ ਪੰਜਾਬ ਦੇ ਵਿੱਚ, ਮੈਂ ਆਪਣੇ ਪੰਜਾਬ ਫਲੋਰ ਸ਼ਹਿਰ ਦੀ ਨਹੀਂ ਗੱਲ ਕਰੂੰਗਾ, ਮੈਂ ਸਮੁੱਚੇ ਪੰਜਾਬ ਦੀ ਗੱਲ ਕਰੂੰਗਾ ਕਿ ਜਿਹੜੇ ਮਿਊਨਿਸਪਲ ਕਮੇਟੀਆਂ ਦੇ ਚੁਣਾਵ ਹੁੰਦੇ ਆ ਉਹ ਇੱਕ ਲੋਕਲ ਭਾਈਚਾਰੇ ਦੇ ਚੁਣਾਵ ਹੁੰਦੇ ਆ। ਲੋਕਲ ਔਰ ਚਾਹੀਦਾ ਜੀ ਭਾਈਚਾਰੇ ਦੇ ਵਿੱਚ ਸਾਨੂੰ ਉਹ ਉਮੀਦਵਾਰ ਚਾਹੀਦਾ ਵਾ ਕਿ ਜਿਸ ਵਕਤ ਇਨ ਕੇਸ ਆਫ ਐਮਰਜੈਂਸੀ ਅਸੀਂ ਅੱਧੀ ਰਾਤ ਵੀ ਆਪਣੇ ਉਮੀਦਵਾਰ ਨੂੰ, ਆਪਣੇ ਚੁਣੇ ਹੋਏ ਜਨਤਾ ਦੇ ਨੁਮਾਇੰਦੇ ਨੂੰ ਆਵਾਜ਼ ਦੇਈਏ ਤਾਂ ਕਿ ਉਹ ਅੱਧੀ ਰਾਤ ਨੂੰ ਵੀ ਜਨਤਾ ਦੇ ਦੁੱਖ ਸੁੱਖ ਵਿੱਚ ਖੜਾ ਹੋਵੇ। ਸਾਨੂੰ ਇਸ ਤਰ੍ਹਾਂ ਦਾ ਕੈਂਡੀਡੇਟ ਚਾਹੀਦਾ ਵਾ ਕਿ ਜਦੋਂ ਕਿਤੇ ਅਸੀਂ ਮਤਲਬ ਰਾਤ ਕਿਸੇ ਵੇਲੇ ਕੋਈ ਵੀ ਕਿਸੇ ਵੀ ਵਾਰਡ ਵਿੱਚ ਸਭ ਔਰ ਨਾਲ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਇਹ ਕੈਂਡੀਡੇਟਾਂ ਨੂੰ ਦੱਸਣਾ ਚਾਹੂੰਗਾ, ਉਮੀਦਵਾਰਾਂ ਨੂੰ ਇਹ ਵੀ ਕਹਿਣਾ ਚਾਹੂੰਗਾ ਕਿ ਜਿਹੜਾ ਇੱਕ ਵਾਰੀ ਜਨਤਾ ਦਾ ਚੁਣਿਆ ਜਾਂਦਾ ਨੁਮਾਇੰਦਾ ਹੁੰਦਾ ਉਹ ਕਿਸੇ ਇੱਕ ਵਾਰਡ ਤੱਕ ਹੀ ਸੀਮਿਤ ਨਹੀਂ ਰਹਿਣਾ ਚਾਹੀਦਾ, ਉਹਨੂੰ ਸਮੁੱਚੇ ਸ਼ਹਿਰ ਦੇ ਵਿਕਾਸ ਲਈ ਕੰਮ ਕਰਨੇ ਚਾਹੀਦੇ ਆ। ਤੁਹਾਨੂੰ ਜਿਹੜੀਆਂ ਫਲੋਰ ਸ਼ਹਿਰ ਦੀਆਂ ਸਮੱਸਿਆਵਾਂ ਵਾ ਹਾਂਜੀ, ਉਹ ਤੁਹਾਨੂੰ ਮੇਨ ਸਮੱਸਿਆ ਜਿਹੜੀਆਂ ਇੱਥੇ ਦੀ ਪਬਲਿਕ ਨੂੰ ਕੀ ਚੀਜ਼ ਨਹੀਂ ਮਿਲਦੀ ਔਰ ਕਿਹੜੀਆਂ ਚੀਜ਼ਾਂ ਤੋਂ ਜਿਹੜਾ ਫਲੋਰ ਸ਼ਹਿਰ ਵਾਂਝਾ ਰਹਿ ਚੁੱਕਾ, ਤੁਸੀਂ ਕੀ ਸਮਝਦੇ ਹੋ? ਮੈਂ ਤਾਂ ਤੁਹਾਡੇ ਚੈਨਲ ਦੇ ਰਾਹੀਂ ਮਾਧਿਅਮ ਰਾਹੀਂ ਇਹ ਕਹਿਣਾ ਚਾਹੂੰਗਾ ਕਿ ਤੁਸੀਂ ਇਹ ਦੱਸੋ ਮੈਨੂੰ ਕਿ ਅੱਜ ਤੱਕ ਫਲੋਰ ਵਾਂਝਿਆ ਤਾਂ ਕੀ ਮਿਲਿਆ, ਮੈਂ ਤਾਂ ਇਹ ਕਹੂੰਗਾ। ਔਰ ਪਿਛਲੇ ਦੀ ਜਿਹੜੀ ਨਗਰ ਕੌਂਸਲ ਫਲੋਰ ਦੀ ਕਾਰਗੁਜ਼ਾਰੀ ਨੂੰ ਤੁਸੀਂ ਕਿਵੇਂ ਦੇਖਦੇ ਹੋ? ਪਿਛਲੇ 5 ਸਾਲਾਂ ਦੀ ਕਾਰਗੁਜ਼ਾਰੀ ਨੂੰ ਅਸੀਂ ਕੀ ਕਹਿ ਸਕਦੇ ਆ ਜਨਾਬ? ਸ਼ਹਿਰ ਦੇ ਵਿਕਾਸ ਸਾਰਾ ਲਾਇਆ ਜੀ, ਸ਼ਹਿਰ ਦੇ ਵਿਕਾਸ ਲਾਇਆ ਪਰ ਵਿਕਾਸ ਹੋਇਆ ਜੀ। ਸਾਡੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਜਿਹੜੇ ਸੂਰਜਮਤੀ ਮੈਦਾਨ, ਜਿਨ੍ਹਾਂ ਨੂੰ ਬਿੱਟੂ ਮੈਦਾਨ ਵੀ ਕਿਹਾ ਜਾਂਦਾ ਸੀਗਾ, ਉਹ ਕਿਸੇ ਕਾਰਨ ਆਪਣੀ ਵਾਰੀ ਨੂੰ ਛੱਡ ਕੇ ਵਿੱਚੋਂ ਉਹਨਾਂ ਨੂੰ ਅਮਰੀਕਾ ਜਾਣਾ ਪੈ ਗਿਆ। ਤੁਹਾਨੂੰ ਕੀ ਲੱਗਦਾ ਵੀ ਉਹ ਬਾਹਰ ਗਏ ਨੇ ਔਰ ਇਸ ਸ਼ਹਿਰ ਨੂੰ ਉਹ ਧੋਖਾ ਦੇ ਕੇ ਗਏ ਨੇ? ਕਿਉਂਕਿ ਉਹਨਾਂ ਤੇ ਜਿਹੜਾ ਇੱਕ ਨਗਰ ਕੌਂਸਲ ਦਾ ਪ੍ਰਧਾਨ ਹੁੰਦਾ ਉਹਦੇ ਉੱਤੇ ਇੱਕ ਬਹੁਤ ਜ਼ਿੰਮੇਵਾਰੀ ਹੁੰਦੀ ਪੂਰੇ ਸ਼ਹਿਰ ਦੀ, ਕਿਉਂਕਿ ਉਹ ਸ਼ਹਿਰ ਨੂੰ ਖਾਲੀ ਛੱਡ ਕੇ ਉਹ ਵਿਦੇਸ਼ ਚਲੇ ਗਏ। ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਇਸ ਤਰ੍ਹਾਂ ਵਾ ਕਿ ਨਗਰ ਕੌਂਸਲ ਦੇ ਪ੍ਰਧਾਨ ਨੂੰ ਧੋਖੇ ਵਾਲੀ ਗੱਲ ਤਾਂ ਨਹੀਂ ਅਸੀਂ ਕਹਿ ਸਕਦੇ। ਅਸੀਂ ਇਹ ਕਹਾਂਗੇ ਕਿ ਪਰਿਵਾਰਾਂ ਦੇ ਵਿੱਚ ਔਰ ਬੰਦੇ ਦੇ ਜੀਵਨ ਦੇ ਵਿੱਚ ਬਹੁਤ ਸਾਰੇ ਕਿਸੇ ਵੇਲੇ ਕੋਈ ਇਸ ਤਰ੍ਹਾਂ ਦੇ ਉਤਰਾਅ ਚੜਾਵ ਆ ਜਾਂਦੇ ਆ, ਤੇ ਇਹ ਆ ਕਿ ਜਿਸ ਵਕਤ ਉਹ ਆਪਣੀ ਬਾਰੀ ਛੱਡ ਕੇ ਗਏ, ਸਭ ਤੋਂ ਪਹਿਲਾਂ ਮੈਂ 9 ਨੰਬਰ ਵਾਰਡ ਦਾ ਵਸਨੀਕ ਹਾਂ। 9 ਨੰਬਰ ਵਾਰਡ ਦੇ ਵਿੱਚ ਆਪਣੀ ਵਾਰੀ ਦੇ ਥਾਂ ਕਿਸੇ ਨੂੰ ਹੋਰ ਬੰਦੇ ਨੂੰ ਐਡਜਸਟ ਕਰਕੇ ਜਾਂਦੇ ਤੇ ਤਾਂ ਜ਼ਿਆਦਾ ਅੱਛਾ ਸੀਗਾ। ਔਰ ਹੋਇਆ ਕਿ ਜਦੋਂ ਉਹ ਵਿਦੇਸ਼ ਯਾਤਰਾ 'ਤੇ ਚਲੇ ਗਏ, ਉਸ ਤੋਂ ਬਾਅਦ ਨਰਿੰਦਰ ਗੋਇਲ ਜੀ ਨੇ ਆਪਣੀ ਵਾਰੀ ਖੇਡੀ। ਉਹ ਸ਼ਹਿਰ ਦਾ ਵਿਕਾਸ ਤਾਂ ਜਿਹੜਾ ਹੋਣਾ ਸੀਗਾ, ਵਿਕਾਸ ਦੇ ਸਾਰੇ ਉਸ ਵਾਰੀ ਦੇ ਵਿੱਚ ਵਿਕਾਸ ਕੌਂਸਲਰਾਂ ਦਾ ਹੀ ਹੋਇਆ, ਸਮਝਦਾ ਵਾਂ ਮੈਂ ਤਾਂ ਜੀ। ਇਹ ਸਨ ਸਾਡੇ ਨਾਲ ਵਸਨੀਕ, ਅਸੀਂ ਸਾਡੇ ਨਾਲ ਹੋਰ ਸੱਜਣ ਮੌਜੂਦ ਨੇ ਫਲੋਰ ਸ਼ਹਿਰ ਦੇ, ਉਹਨਾਂ ਦੇ ਨਾਲ ਗੱਲ ਕਰ ਲੈਂਦੇ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਭਾਜੀ। ਭਾਜੀ ਜਿਹੜੀਆਂ ਆਉਣ ਵਾਲੀਆਂ 14 ਫਰਵਰੀ ਨੂੰ ਨਗਰ ਕੌਂਸਲ ਫਲੋਰ ਦੀਆਂ ਇਲੈਕਸ਼ਨਾਂ ਹੋ ਰਹੀਆਂ, ਤੁਸੀਂ ਕਿੱਦਾਂ ਦੇ ਕੈਂਡੀਡੇਟ ਦੀ ਉਮੀਦ ਕਰਦੇ ਹੋ? ਕਿੱਦਾਂ ਦਾ ਕੈਂਡੀਡੇਟ ਤੁਹਾਡੇ ਵਾਰਡ ਦੇ ਵਿੱਚ ਖੜੇ ਔਰ ਤੁਹਾਡੀਆਂ ਕੀ ਲੋੜਾਂ ਨੇ, ਕੀ ਜ਼ਰੂਰਤਾਂ ਨੇ ਔਰ ਕੀ ਵਿਕਾਸ ਹੋਇਆ? ਭਾਜੀ ਫਲੋਰ ਸ਼ਹਿਰ ਦੇ ਵਿੱਚ ਵਿਕਾਸ ਤਾਂ ਕੋਈ ਵੀ ਨਹੀਂ ਹੋਇਆ, ਨਾ ਫਲੋਰ ਸ਼ਹਿਰ ਦੇ ਵਿੱਚ ਕੋਈ ਬੱਸ ਅੱਡਾ ਵਾ ਜੀ। ਹਰੇਕ ਪਿੰਡ ਦੇ ਵਿੱਚ ਹਰੇਕ ਥਾਂ ਦੇ ਉੱਤੇ ਬੱਸ ਅੱਡਾ ਬਣ ਚੁੱਕਾ ਵਾ ਕਿ ਸਾਡੇ ਫਲੋਰ ਦੇ ਵਿੱਚ ਹੀ ਨਹੀਂ ਇੱਕ ਬੱਸ ਅੱਡਾ ਹੈਗਾ। ਨਵੇਂ ਸ਼ਹਿਰ ਜਾਣ ਨੂੰ ਕਦੀ ਉੱਧਰੋਂ ਬੱਸ ਫੜਨੀ ਪੈਂਦੀ ਹੈ, ਜਲੰਧਰ ਜਾਣ ਨੂੰ ਉੱਧਰੋਂ ਬੱਸ ਫੜਨੀ ਪੈਂਦੀ ਹੈ। ਇਸ ਦੇ ਉੱਤੇ ਕੋਈ ਵੀ MC ਕੋਈ ਵੀ ਇਹਦਾ ਕੁਛ ਨਹੀਂ ਕਰ ਰਿਹਾ।
ਔਰ ਤੁਸੀਂ ਕਿੱਦਾਂ ਦਾ ਕੈਂਡੀਡੇਟ ਚਾਹੁੰਦੇ ਹੋ ਵੀ ਤੁਹਾਡੇ ਵਾਰਡ 'ਚ ਕਿੱਦਾਂ ਦਾ ਕੈਂਡੀਡੇਟ ਖੜੇ? ਭਾਜੀ ਕੈਂਡੀਡੇਟ ਉਹ ਹੋਵੇ ਜਿਹੜਾ ਕਿ ਪੂਰੇ ਸ਼ਹਿਰ ਦਾ ਵਿਕਾਸ ਕਰੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰ ਪੀ ਨਿਊਜ਼ 13 'ਚ ਤੁਹਾਡਾ ਸਵਾਗਤ ਹੈ। ਹਾਂਜੀ ਥੈਂਕ ਯੂ ਸਰ, ਤੁਹਾਡਾ ਬਹੁਤ ਮਿਹਰਬਾਨੀ ਤੁਹਾਡੀ ਜੀ। ਸਰ ਅਸੀਂ ਅੱਜ ਤੁਹਾਡੇ ਕੋਲ ਇਸ ਕਾਰਨ ਪਹੁੰਚੇ ਹਾਂ, ਫਲੋਰ ਸ਼ਹਿਰ ਦਾ ਅਸੀਂ ਸਰਵੇ ਕਰ ਰਹੇ ਹਾਂ ਵੀ ਫਲੋਰ ਸ਼ਹਿਰ ਦੇ ਵਿੱਚ ਜਿਹੜੇ ਪਿਛਲੇ 5 ਸਾਲਾਂ ਦੇ ਵਿੱਚ ਜਿਹੜੀ ਨਗਰ ਕੌਂਸਲ ਦੀ ਕਾਰਗੁਜ਼ਾਰੀ ਕਿਵੇਂ ਹੈ ਔਰ ਤੁਹਾਨੂੰ ਕਿਹੋ ਜਿਹਾ ਕੈਂਡੀਡੇਟ ਜਿਹੜਾ ਉਹ ਚਾਹੀਦਾ, ਕਿਉਂਕਿ ਆਉਣ ਵਾਲੀਆਂ 14 ਫਰਵਰੀ ਨੂੰ ਜਿਹੜੀਆਂ ਉਹ ਨਗਰ ਕੌਂਸਲ ਫਲੋਰ ਦੀਆਂ ਇਲੈਕਸ਼ਨਾਂ ਹੋ ਰਹੀਆਂ ਨੇ। ਤੁਸੀਂ ਜਿਹੜੀ ਨਗਰ ਕੌਂਸਲ ਫਲੋਰ ਦੀ ਪਿਛਲੇ 5 ਸਾਲ ਦੀ ਕਾਰਗੁਜ਼ਾਰੀ ਹੈ ਉਹ ਤੋਂ ਸੰਤੁਸ਼ਟ ਹੋ? ਹਾਂਜੀ ਹਾਂਜੀ ਬਹੁਤ ਵਧੀਆ ਰਹੇ ਆ ਜੀ, ਗਾਂ ਵੀ ਵਧੀਆ ਆਣੇ ਚਾਹੀਦੇ ਐਮਸੀਏ ਤੱਕ, ਜਿਹੜੇ ਵੀ ਆਵੇ ਵਧੀਆ ਆਵੇ, ਜਿਹੜਾ ਵੀ ਆਵੇ। ਤੁਸੀਂ ਕਿੱਦਾਂ ਦੇ ਜਿਹੜੇ ਉਹ ਆਉਣ ਵਾਲੇ ਜਿਹੜਾ ਤੁਹਾਡੇ ਵਾਰਡ ਦਾ ਕੈਂਡੀਡੇਟ ਆ ਉਹ ਕਿੱਦਾਂ ਦਾ ਹੋਣਾ ਚਾਹੀਦਾ? ਉਹ ਹੋਣਾ ਚਾਹੀਦਾ ਜਿਹੜੇ ਸਾਡੇ ਕੰਮ ਕਰੇ, ਸਾਡੇ ਵਾਰਡ ਦੇ ਕੰਮ ਕਰੇ, ਸਾਡੇ ਕੰਮ ਆਵੇ। ਔਰ ਤੁਹਾਨੂੰ ਆਪਣੇ ਵਾਰਡ ਦੀਆਂ ਕੀ ਸਮੱਸਿਆਵਾਂ ਲੱਗਦੀਆਂ ਨੇ? ਵਾਰਡ 'ਚ ਸਮੱਸਿਆ ਜਿਹੜੀਆਂ ਵੀ ਸਫਾਈ ਦੀ ਸਮੱਸਿਆ ਆ, ਸਿਟੀ ਲਾਈਟ ਦੀ ਸਮੱਸਿਆ ਆ, ਸੜਕਾਂ ਦੀ ਸਮੱਸਿਆ ਆ, ਉਹ ਸਾਰੀਆਂ ਹੱਲ ਹੋਣੀਆਂ ਚਾਹੀਦੀਆਂ। ਮੈਂ ਪਹਿਲਾਂ ਵੀ ਫਲੋਰ ਸ਼ਹਿਰ ਦਾ ਸਰਵੇ ਕੀਤਾ ਔਰ ਮੈਂ ਕਈ ਲੋਕਾਂ ਦੇ ਕੋਲੋਂ ਪੁੱਛਿਆ ਵੀ ਇੱਥੇ ਇੱਕ ਬੱਸ ਸਟੈਂਡ ਦੀ ਬਹੁਤ ਵੱਡੀ ਜਿਹੜੀ ਉਹ ਸਮੱਸਿਆ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਉਹ ਤਾਂ ਸਭ ਤੋਂ ਗੰਦੀ ਸਮੱਸਿਆ ਜਿਹੜੀ ਹੱਲ ਨਹੀਂ ਹੋ ਸਕਦੀ। 25 ਸਾਲ ਹੋ ਗਏ ਕਮੇਟੀ ਬੰਦ ਹੈ, ਕਿਸੇ ਕੋਲ ਹੱਲ ਨਹੀਂ ਹੋਇਆ ਅਜੇ ਤੱਕ, ਨਾ ਇਹ ਹੱਲ ਹੋਣੀ ਹੈ। ਸਰ ਜਿਹੜਾ ਇੱਕ ਡਾਕਟਰ ਅੰਬੇਦਕਰ ਚੌਂਕ ਦੇ ਕੋਲ ਇੱਕ ਰੇਲਵੇ ਫਾਟਕ ਪੈਂਦਾ, ਉਹਦੀ ਸਮੱਸਿਆ ਤੋਂ ਵੀ ਜ਼ਿਆਦਾ ਪਰੇਸ਼ਾਨ ਹੈ। ਕਾਫੀ ਐਮਪੀ ਆਏ, ਕਾਫੀ ਐਮਐਲਏ ਆਏ ਔਰ ਕਾਫੀ ਕਮੇਟੀਆਂ ਬਣੀਆਂ ਜਿਨ੍ਹਾਂ ਨੇ ਇਹ ਵਾਅਦਾ ਕੀਤਾ ਫਲੋਰ ਸ਼ਹਿਰ ਦੇ ਲੋਕਾਂ ਦੇ ਨਾਲ ਕਿ ਇਹ ਜਿਹੜਾ ਓਵਰ ਬ੍ਰਿਜ ਬਣਾ ਕੇ ਜਿਹੜਾ ਪਿਛਲੇ ਉਧਰ ਦੇ ਪਿੰਡਾਂ ਨੂੰ ਜਿਹੜਾ ਫਲੋਰ ਸ਼ਹਿਰ ਵੰਡਿਆ ਗਿਆ ਉਹਨੂੰ ਇੱਕ ਕੀਤਾ ਜਾਵੇ। ਔਰ ਅੱਜ ਤੱਕ ਉਹਦੇ ਉੱਤੇ ਤੁਹਾਨੂੰ ਕੀ ਲੱਗਦਾ ਵੀ ਉਹ ਕਾਰਵਾਈ ਕਿੱਦਾਂ, ਤੁਸੀਂ ਕੀ ਸਮਝਦੇ ਹੋ ਉਹਦੇ ਬਾਰੇ? ਉਹ ਕਾਰਵਾਈ ਕਦੇ ਹੋਣੀ ਨਹੀਂ, ਨਾ ਹੀ ਇਹ ਪੁਲ ਬੰਨੇ ਆ ਜੀ। 10 ਐਮਸੀ ਆ ਚੁੱਕੇ ਆ, ਐਮਪੀ ਆ ਚੁੱਕੇ ਆ, ਕਿਸੇ ਐਮਪੀ ਕੋ ਨਹੀਂ ਪਾਸ ਹੋਇਆ ਬਣਾਉਣਾ ਪੁਲ, ਨਾ ਹੀ ਇਹ ਬੰਨਾ ਇਹਨਾਂ ਕੋਲੋਂ। ਔਰ ਸਰ ਤੁਹਾਨੂੰ ਕੀ ਲੱਗਦਾ ਕਿ ਫਲੋਰ ਸ਼ਹਿਰ ਦੇ ਜਿਹੜਾ ਬਾਜ਼ਾਰ ਆ ਉਹਨੂੰ ਕਿੰਨਾ ਕੁ ਲਾਸ ਆ, ਕਿਉਂਕਿ ਜਿਹੜੇ ਉਧਰਲੇ ਏਰੀਏ ਦੇ ਲੋਕ ਆ ਫਾਟਕ ਬੰਦ ਹੋਣ ਦੀ ਵਜ੍ਹਾ ਦੇ ਨਾਲ ਉਹ ਜਿਹੜਾ ਬਾਜ਼ਾਰ ਦੇ ਵਿੱਚ ਨਹੀਂ ਪਹੁੰਚਦੇ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਸਾਨੂੰ 90% ਲਾਸ ਆ ਜੀ ਉਹਨਾਂ ਨਾ ਫਾਟਕ ਬੰਦ ਹੋਣ ਦਾ। ਕੋਈ ਗਾਹਕ ਇੱਧਰ ਨਹੀਂ ਆਉਂਦਾ ਬਾਜ਼ਾਰ 'ਚ, ਜਦੋਂ ਪੁਲ ਬਣ ਜਾਵੇ ਫਿਰ 100% ਗਾਹਕ ਇੱਧਰ ਬਾਜ਼ਾਰ 'ਚ ਆਊਗਾ ਸਾਡੇ। ਇਸ ਕਰਕੇ ਸਾਡੀ ਆਵਾਜ਼ ਇਹੀ ਹੈ ਕਿ ਪੁਲ ਬਣਨਾ ਚਾਹੀਦਾ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਆਉਣ ਵਾਲੀ 14 ਫਰਵਰੀ ਨੂੰ ਨਗਰ ਕੌਂਸਲ ਦੀਆਂ ਔਰ ਨਗਰ ਪੰਚਾਇਤ ਦੀਆਂ ਇਲੈਕਸ਼ਨਾਂ ਕੀਤੀਆਂ ਜਾ ਰਹੀਆਂ ਨੇ। ਉਸ ਸੰਬੰਧ ਦੇ ਵਿੱਚ ਅਸੀਂ ਇਸ ਟਾਈਮ ਮੇਨ ਬਾਜ਼ਾਰ ਫਲੋਰ ਦੇ ਵਿੱਚ ਖੜੇ ਹਾਂ। ਇੱਥੇ ਦੇ ਵਾਸੀਆਂ ਦੇ ਨਾਲ ਗੱਲ ਕਰ ਰਹੇ ਹਾਂ ਕਿ ਉਹਨਾਂ ਨੂੰ ਕਿਹੋ ਜਿਹਾ ਕੈਂਡੀਡੇਟ ਚਾਹੀਦਾ ਔਰ ਪਿਛਲੇ 5 ਸਾਲਾਂ ਦੇ ਵਿੱਚ ਜਿਹੜੀ ਫਲੋਰ ਨਗਰ ਕੌਂਸਲ ਦੀ ਕਾਰਗੁਜ਼ਾਰੀ ਕੀ ਰਹੀ ਹੈ ਔਰ ਜਿਹੜੇ ਤੁਹਾਡੇ ਆਉਣ ਵਾਲੀਆਂ ਤੁਹਾਨੂੰ ਜਿਹੜੀਆਂ ਸਮੱਸਿਆ ਉਹ ਕੈਂਡੀਡੇਟ ਜਿਹੜਾ ਉਹ ਕਿਸ ਚੋਣ ਮੈਨੀਫੈਸਟੋ ਦੇ ਉੱਤੇ ਤੁਹਾਡੇ ਕੋਲ ਪਹੁੰਚ ਰਹੇ ਨੇ। ਸਰ ਜਿਹੜੀ ਪਿਛਲੇ 5 ਸਾਲਾਂ ਦੀ ਨਗਰ ਕੌਂਸਲ ਦੀ ਕਾਰਗੁਜ਼ਾਰੀ ਆ ਉਹਨੂੰ ਕਿਵੇਂ ਦੇਖਦੇ ਹੋ? ਕਈ ਐਮਸੀਆਂ ਨੇ ਕੰਮ ਕੀਤਾ ਆ, ਕਈਆਂ ਨੇ ਨਹੀਂ ਕੀਤਾ। ਜਿਹੜੇ ਆਪਣੇ ਵਾਰਡ ਛੱਡ ਕੇ ਦੂਜੇ ਵਾਰਡਾਂ 'ਚ ਆਣ ਕੇ ਖੜ੍ਹਦੇ ਆ, ਘਰ ਹੁੰਦਾ ਉਹਨਾਂ ਦਾ ਬੱਸ ਸਟੈਂਡ, ਖੜ੍ਹੇ ਹੁੰਦੇ ਆਣ ਕੇ 9 ਨੰਬਰ 'ਚ ਜਾਂ 6 ਨੰਬਰ 'ਚ। ਉਹ ਜਦੋਂ ਉਹਨਾਂ ਨੇ ਕੰਮ ਕੀ ਕਰਨਾ, ਜਿੱਥੇ ਪਹਿਲਾਂ ਕੰਮ ਕੀਤਾ ਹੋਵੇ ਉਹ ਤਦੀ ਉੱਥੇ ਦੂਜੇ ਪਾਸੇ ਭੱਜਦੇ ਆ ਜਦ ਆਪਾਂ ਪਹਿਲੇ 'ਚ ਕੰਮ ਹੀ ਨਹੀਂ ਕੀਤਾ। ਲੋਕ ਇਹ ਮਹਿਸੂਸ ਕਰਦੇ ਆ ਵੀ ਇਹ ਆਪਣੇ ਘਰੋਂ ਭੱਜ ਕੇ ਆਣ ਕੇ ਦੂਜੇ ਘਰ ਦੇ ਵਿੱਚ ਬਣਾ ਲੈਣ ਦੀ ਕੋਸ਼ਿਸ਼ ਕਰ ਰਹੇ ਆ। ਤੁਸੀਂ ਫਲੋਰ ਸ਼ਹਿਰ ਦੀਆਂ ਜਿਹੜੀਆਂ ਵੱਡੀਆਂ ਸਮੱਸਿਆਵਾਂ ਵਾ ਉਹਦੇ ਬਾਰੇ ਜਾਣੂ ਹੋ? ਪੂਰੀ ਤਰ੍ਹਾਂ ਜਾਣੂ ਹਾਂ ਜੀ। ਸਰ ਤੁਹਾਨੂੰ ਕਿਹੜੀਆਂ ਜਿਹੜੀਆਂ ਉਹ ਸਮੱਸਿਆਵਾਂ ਜਿਹੜੀਆਂ ਫਲੋਰ ਸ਼ਹਿਰ ਦੀਆਂ ਲੱਗਦੀਆਂ ਨੇ? ਸਭ ਤੋਂ ਮੇਨ ਪ੍ਰੋਬਲਮ ਹੈ ਬੱਸ ਸਟੈਂਡ। ਸਭ ਤੋਂ ਪਹਿਲਾਂ ਜਿਹੜਾ ਬੱਸ ਸਟੈਂਡ ਹੁੰਦਾ ਸੀਗਾ ਵੀਰਵਾਰ ਦੇ ਨਾਲ ਹੁੰਦਾ ਸੀ, ਫਿਰ ਨਵੇਂ ਸ਼ਹਿਰ ਅੱਡੇ 'ਚ ਲੈ ਗਏ, ਹੁਣ ਉਸ ਤੋਂ ਅੱਗੇ ਲੈ ਗਏ। ਉੱਥੋਂ ਜਿਸ ਵੇਲੇ ਬੇਟਾਈਮ ਕੋਈ ਵੀ ਵਿਅਕਤੀ ਸੇਫ ਨਹੀਂ ਆ ਸਕਦਾ। ਉਸ ਤੋਂ ਬਾਅਦ ਬਿਜਲੀ ਘਰ ਜਿਹੜਾ ਆ ਉਹ ਜੰਗਲ ਦੇ ਵਿੱਚ ਹੈ। ਕੋਈ ਵੀ ਵਿਅਕਤੀ ਅਗਰ ਜਾਂਦਾ, ਕਿਸੇ ਨੂੰ ਕਨਵੀਨਸ ਨਹੀਂ ਆਉਂਦੀ, ਉਹ ਤੁਰ ਕੇ ਜਾਂਦਾ, ਰਸਤੇ 'ਚ ਉਹਦੇ ਨਾਲ ਕੋਈ ਬਾਤ ਘਾਟ ਹੋ ਜਾਂਦੀ, ਉਹਦਾ ਜ਼ਿੰਮੇਵਾਰ ਕੌਣ ਹੈ? ਇਲਾਕੇ ਦਾ ਐਮਐਲਏ, ਕਿ ਉਹ ਐਮਐਲਏ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਵੀ ਉਹਨੂੰ ਅਸੀਂ ਸ਼ਹਿਰ ਨੂੰ ਕਿਹੜੀ ਸੁਵਿਧਾ ਪ੍ਰੋਵਾਈਡ ਕਰਾਉਣੀ ਆ। ਔਰ ਤੁਹਾਡੀ ਜਿਹੜੀ ਮੇਨ ਮੰਗ ਉਹ ਕੀ ਹੈ ਜੀ? ਸਾਡੀਆਂ 2 ਮੇਨ ਮੰਗਾਂ ਆ। ਇੱਕ ਤਾਂ ਬਿਜਲੀ ਘਰ ਜਿਹੜਾ ਆ ਉਹਦੇ ਬਿੱਲ ਸ਼ਹਿਰ 'ਚ ਲਿੱਤੇ ਜਾਣ, ਅਤੇ ਦੂਸਰਾ ਜਿਹੜਾ ਹੈਗਾ ਨੂਰ ਮਹਿਲ ਵਾਲਾ ਫਾਟਕ, ਉਹਦੇ ਨਾਲ ਇੱਕ ਪੁਲ ਬੜੇ ਆਰਾਮ ਨਾਲ ਬਣਾਇਆ ਜਾ ਸਕਦਾ ਆ। ਉਹਨੂੰ ਕੋਈ ਐਡੀ ਸਮੱਸਿਆ ਨਹੀਂ ਹੈਗੀ। ਅਤੇ ਸਾਡੇ ਜਿਹੜੇ ਹੈਗੇ ਆ ਇਲਾਕੇ ਦੇ ਮੌਜੂਦਾ ਐਮਐਲਏ ਐਮਪੀ, ਇਹਨਾਂ ਦਾ ਉੱਧਰ ਧਿਆਨ ਨਹੀਂ ਜਾਂਦਾ। ਜਦੋਂ ਵੋਟਾਂ ਆਉਂਦੀਆਂ ਕਹਿੰਦੇ ਬਸ ਅਗਲੇ ਸਾਲ ਹੀ ਬਣ ਜਾਓ, ਗੱਲਾਂ ਦਾ ਕੜਾ ਰੋਜ਼ ਖਿਲਾਉਂਦੇ ਆ। ਔਰ ਜੋ ਬੱਸ ਸਟੈਂਡ ਦੀ ਸਮੱਸਿਆ ਆ ਉਹ ਤੁਹਾਨੂੰ ਕਿੰਨੀ ਕੁ ਵੱਡੀ ਲੱਗਦੀ ਹੈ ਔਰ ਕਿੱਦਾਂ ਦੀ ਲੱਗਦੀ ਹੈ? ਉਹ ਬਹੁਤ ਵੱਡੀ ਸਮੱਸਿਆ ਬੱਸ ਸਟੈਂਡ ਦੀ। ਬੱਸ ਸਟੈਂਡ ਦੇਖੋ, ਮੈਂ ਪਹਿਲਾਂ ਵੀ ਦੱਸਿਆ ਵੀ ਉਹ ਜੰਗਲ ਦੇ ਵਿੱਚ ਹੈ। 6 ਵਜੇ ਤੋਂ ਬਾਅਦ ਉਸ ਰੋਡ ਦੇ ਉੱਤੇ ਬੱਸ ਸਟੈਂਡ ਤੋਂ ਆਉਣਾ ਹੋਵੇ ਕੋਈ ਵੀ ਸੁਰੱਖਿਅਤ ਨਹੀਂ ਹੈ। ਨਾ ਉੱਥੋਂ ਰਿਕਸ਼ਾ ਮਿਲੂਗਾ, ਨਾ ਆਟੋ ਮਿਲੂਗਾ। ਕੋਈ ਵੀ ਵਿਅਕਤੀ, ਲੇਡੀਜ਼ ਅਗਰ ਆਉਂਦੀ ਹੈ, ਇਕੱਲੀ ਅਗਰ ਲੇਡੀਜ਼ ਉਤਰੇ ਬੱਸ ਦੇ ਵਿੱਚੋਂ, ਉਹ ਕਿੱਥੇ ਤੇ ਜਾਊਗੀ?
ਔਰ ਤੁਹਾਨੂੰ ਕੀ ਲੱਗਦਾ ਜਿਹੜੀਆਂ ਬੱਸ ਸਟੈਂਡ ਦੇ ਉੱਤੇ ਲੈਟਰਿੰਗ ਬਾਥਰੂਮ ਦੀਆਂ ਸੁਵਿਧਾਵਾਂ ਹੁੰਦੀਆਂ ਨੇ ਜਾਂ ਸ਼ੈੱਡ ਹੁੰਦਾ ਆ ਉਹਦੇ ਤੋਂ ਉਹ ਤੁਹਾਨੂੰ ਉਹਦੀ ਕਾਰਗੁਜ਼ਾਰੀ ਜਿਹੜੀ ਉਹ ਨਗਰ ਕੌਂਸਲ ਦੀ ਕੀ ਹੈ? ਤੇਰੀ ਧੀ ਭੈਣ ਆਂਦੀ ਆ ਤੇ ਉਹਨੂੰ ਉਹਦੇ ਲਈ ਰਿਸਕ ਬਹੁਤ ਵਾ। ਇਹ ਗੱਲ ਮੈਂ ਪਹਿਲਾਂ ਦੱਸ ਚੁੱਕਾ ਵੀ ਬੱਸ ਸਟੈਂਡ ਤੋਂ ਪੈਦਲ ਆਉਣਾ ਕੋਈ ਖਤਰੇ ਤੋਂ ਖਾਲੀ ਨਹੀਂ ਹੈ, ਚਾਹੇ ਕੋਈ ਲੇਡੀਜ਼ ਹੈ ਚਾਹੇ ਕੋਈ ਜੈਂਟਸ ਹੈ, ਹਰੇਕ ਲਈ ਜਿਹੜੀ ਪ੍ਰੋਬਲਮ ਉਹ ਖੜੀ ਹੈ। ਰਹੀ ਦੂਸਰੀ ਗੱਲ ਜਿਹੜੀ ਫਾਟਕ ਦੀ ਜਾਂ ਪੁਲ ਦੀ ਗੱਲ ਰਹੀ ਹੈ, ਉਹ ਇੱਕ ਅਲੱਗ ਸਮੱਸਿਆ ਹੈਗੀ ਹੈ। ਉਹ ਮੈਂ ਦੱਸਿਆ ਪਹਿਲਾਂ ਵੀ ਉਹ ਇਲਾਕੇ ਦੇ MLA ਦੀ ਤਾਂ MP ਦੀ ਜ਼ਿੰਮੇਵਾਰੀ ਬਣਦੀ ਹੈ। ਜਿਸ ਵੇਲੇ ਸੜਕ ਆਉਂਦੀ ਆ, ਦੇਖੋ ਹੁਣ ਤੁਸੀਂ ਰੇਲਵੇ ਸਟੇਸ਼ਨ ਤੋਂ ਲੈ ਕੇ ਕਿਲੇ ਤੇ ਚੱਲ ਕੇ ਦੇਖੋ ਵੀ ਰੋਡ ਦੇ ਉੱਤੇ ਫੁੱਟ ਦੇ ਖੱਡੇ ਪਏ ਹੋਏ ਆ, ਉਧਰ ਕਿਸੇ ਦਾ ਧਿਆਨ ਨਹੀਂ। ਸਿਰਫ ਧਿਆਨ ਕਿੱਥੇ ਆ ਵੀ ਸਾਨੂੰ ਵੋਟਾਂ ਮਿਲ ਜਾਣ, ਜਿੱਦਾਂ ਮਰਜ਼ੀ ਮਿਲ ਜਾਣ। ਸਾਡੇ ਲੋਕ ਤੁਹਾਨੂੰ ਕੀ ਲੱਗਦਾ ਵੀ ਜਿਹੜੀ ਪਿਛਲੇ 5 ਸਾਲਾਂ ਦੀ ਨਗਰ ਕੌਂਸਲ ਦੀ ਕਾਰਗੁਜ਼ਾਰੀ ਆ ਉਹਨੂੰ ਤੁਸੀਂ 100 ਚੋਂ ਕਿੰਨੇ ਨੰਬਰ ਦੇਣਾ ਚਾਹੋਗੇ? ਅਸੀਂ 100 ਚੋਂ 25% ਦਾ ਦੇਵਾਂਗੇ, ਕਿਉਂ ਮਾਰਕੀਟ ਦੇ ਵਿੱਚ ਅੱਗੇ ਜਿਹੜੇ ਟੁੱਟਿਆ ਬਾਜ਼ਾਰ ਸੀਗਾ ਥੋੜ੍ਹਾ ਜਿਹਾ ਬਣਾਤਾ ਸਵਾਰਤਾ, ਲੇਕਿਨ ਇਹ ਅਗਰ ਫਰਸ਼ ਦੇ ਉੱਤੇ ਟੈਲਾਂ ਲੱਗਦੀਆਂ ਤਾਂ ਵਧੀਆ ਸੀ, ਕਿਉਂ ਇਹ ਟੈਲਾਂ ਜਿਹੜੀਆਂ ਮਿੱਟੀ ਤੇ ਲਾਈਆਂ ਜਦੋਂ 2-4 ਵਾਰ ਮੀਂਹ ਪਿਆ ਇਹਨਾਂ ਨੇ ਵੀ ਥੱਲੇ ਨੂੰ ਹੋ ਜਾਣਾ। ਔਰ ਇੱਥੇ ਦੇ ਜਿਹੜਾ ਮੇਨ ਬਾਜ਼ਾਰ ਫਲੋਰ ਦਾ ਜਿਹੜਾ ਪਾਣੀ ਦਾ ਸਫਾਈ ਦਾ ਔਰ ਸਟਰੀਟ ਲਾਈਟਾਂ ਦਾ ਕਿਹੋ ਜਿਹਾ ਪ੍ਰਬੰਧ ਹੈ? ਸਟਰੀਟ ਲਾਈਟਾਂ ਦਾ ਰਾਤ ਨੂੰ ਖੈਰ ਚੱਲਦੀਆਂ ਰਹਿੰਦੀਆਂ ਕਾਫੀ ਹੱਦ ਤਾਈਂ, ਫਿਰ ਵੀ ਵਿੱਚ ਜੇ ਕੋਈ ਖਰਾਬ ਹੁੰਦੀਆਂ ਕੰਪਲੇਂਟ ਕਰੀਏ ਬਦਲ ਦਿੰਦੇ ਹੈਗੇ ਆ। ਸਫਾਈ ਜਿਹੜੀ ਆ ਉਹ ਠੀਕ ਠਾਕ ਹੀ ਹੈ। ਚਲੋ ਠੀਕ ਹੈ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਆਉਣ ਵਾਲੀ 14 ਫਰਵਰੀ ਨੂੰ ਨਗਰ ਕੌਂਸਲ ਦੀਆਂ ਜਿਹੜੀਆਂ ਉਹ ਚੋਣਾਂ ਪੂਰੇ ਪੰਜਾਬ 'ਚ ਕਰਵਾਈਆਂ ਜਾ ਰਹੀਆਂ। ਉਸ ਸੰਬੰਧੀ ਅਸੀਂ ਇਸ ਟਾਈਮ ਮੇਨ ਬਾਜ਼ਾਰ ਫਲੋਰ ਦੇ ਵਿੱਚ ਖੜੇ ਹਾਂ ਔਰ ਫਲੋਰ ਸ਼ਹਿਰ ਦੇ ਵਾਸੀਆਂ ਦੇ ਨਾਲ ਗੱਲ ਕਰਨੇ ਆ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਸਰ, ਜਿਹੜੀਆਂ 14 ਫਰਵਰੀ ਨੂੰ ਨਗਰ ਕੌਂਸਲ ਦੀਆਂ ਚੋਣਾਂ ਜਿਹੜੀਆਂ ਆ ਰਹੀਆਂ ਨੇ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ ਔਰ ਤੁਹਾਨੂੰ ਕਿਹੋ ਜਿਹਾ ਕੈਂਡੀਡੇਟ ਜਿਹੜਾ ਉਹ ਨਗਰ ਕੌਂਸਲ ਦਾ ਚਾਹੀਦਾ? ਕਾਂਗਰਸ ਦੇ ਕੈਂਡੀਡੇਟ ਆ ਰਹੇ ਜੀ ਸਾਰੇ ਜ਼ਿਆਦਾਤਰ, ਔਰ ਜਿੱਤ ਵੀ ਉਹਨਾਂ ਦੀ ਹੋਣੀ ਆ, ਲਗਭਗ ਜਿੱਤ ਕਾਂਗਰਸ ਦੀ ਹੋਈ ਹੋਣੀ ਆ, ਕਿਉਂਕਿ ਚੌਧਰੀ ਸਾਹਿਬ ਨੇ ਕੰਮ ਇੱਥੇ ਬਹੁਤ ਕੀਤੇ ਆ ਫਲੋਰ 'ਚ। ਜੇ ਕਹੀਏ ਆਪਾਂ ਕੰਮ ਕਿਸੇ ਨੇ ਕੀਤੇ ਨਹੀਂ, ਇਹ ਗਲਤ ਗੱਲ ਆ। ਔਰ ਬਹੁਤ ਕੰਮ ਹੋਏ, ਇੱਕ ਸੜਕ ਬਣੀ ਆ ਫਲੋਰ ਦੀ, ਇੱਕ ਸੜਕ। ਇਹ ਚੌਧਰੀ ਸਾਹਿਬ ਦੀ ਕਿਰਪਾ ਹੋਈ ਆ ਜਿਹੜਾ ਕਿ ਇਹ ਫਲੋਰ ਬਣਿਆ ਵਾ। ਕਾਫੀ ਠੀਕ ਆ, ਕੁਝ ਰਹਿ ਗਈਆਂ ਉਹ ਇਹਨਾਂ ਦੇ ਚੌਧਰੀ ਸਾਹਿਬ ਦੇ ਬੰਦੇ ਜਿੱਤਨੇ ਐਤਕੀ ਫਿਰ, ਤੇ ਉਹ ਫੇਰ ਕਰ ਦੂਗੇ, ਕੋਈ ਐਸੀ ਗੱਲ ਨਹੀਂ। ਸਰ, ਜਿਵੇਂ ਕਿ ਲੋਕਾਂ ਦਾ ਕਹਿਣਾ ਹੈ ਕਿ ਫਲੋਰ ਦੇ ਬੱਸ ਸਟੈਂਡ ਦੀ ਬਹੁਤ ਵੱਡੀ ਸਮੱਸਿਆ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਇਹ ਸਮੱਸਿਆ ਤਾਂ ਹੈ ਜੀ, ਇੱਕ ਪੁਲ ਦੀ ਸਮੱਸਿਆ ਵਾ। ਉਹ ਮੈਂ ਪਹਿਲਾਂ ਖਹਿਰਾ ਸਾਹਿਬ ਨੂੰ ਵੀ ਕਿਹਾ ਸੀ, MLA ਸਾਹਿਬ ਨੂੰ, ਉਹ ਵੀ ਕਹਿੰਦੇ ਕਰਾਂਗੇ। ਚੌਧਰੀ ਸਾਹਿਬ ਨੂੰ ਵੀ ਕਿਹਾ ਕਈ ਵਾਰੀ, ਇਹ ਕਿਸੇ ਨੇ ਨਹੀਂ ਕੀਤੀ ਜੀ। ਜਿਹੜੀ ਫਾਟਕ ਦੇ ਉੱਪਰ ਨਾ ਰਾਮਗੜ੍ਹ ਨੰਗਲ ਜੀ ਓਵਰ ਬ੍ਰਿਜ ਜਿਹੜਾ ਬਣਿਆ ਉਹ ਕਿ ਬਾਜ਼ਾਰ ਵਾਲਿਆਂ ਦਾ ਮੇਨ ਕਰਕੇ ਇਹ ਗੱਲ ਕਹਿਣਾ ਹੈ ਕਿ ਜਿਹੜਾ ਪਿੰਡਾਂ ਦਾ ਗਾਹਕ ਆ ਉਹ ਫਲੋਰ ਸ਼ਹਿਰ ਦੇ ਵਿੱਚ ਤਾਂ ਨਹੀਂ ਆਉਂਦਾ ਕਿਉਂਕਿ ਹਰ ਟਾਈਮ ਉੱਥੇ ਜਿਹੜਾ ਉਹ ਰੇਲਵੇ ਫਾਟਕ ਲੱਗਾ ਹੁੰਦਾ ਕਿ ਜਿਹੜਾ ਇਹ ਫਲੋਰ ਸ਼ਹਿਰ 2 ਹਿੱਸਿਆਂ 'ਚ ਵੰਡ ਚੁੱਕਾ। ਇਹ ਤਾਂ ਬਹੁਤ ਵੱਡੀ ਸਮੱਸਿਆ, ਬਹੁਤ ਜ਼ਿਆਦਾ ਵੱਡੀ ਸਮੱਸਿਆ ਵਾ। ਇਹ ਪੁਲ ਸਾਡੀ ਡਿਮਾਂਡ ਅੱਜ ਦੀ ਨਹੀਂ ਹੈਗੀ। ਇਹ ਪੁਲ ਦੀ ਡਿਮਾਂਡ ਕਾਫੀ ਸਾਲਾਂ ਤੋਂ, ਲੇਕਿਨ ਕਿਸੇ ਨੇ ਸਾਡੀ ਨਹੀਂ ਸੁਣੀ। ਔਰ ਤੁਹਾਨੂੰ ਕੀ ਲੱਗਦਾ ਜਿਹੜਾ ਉਹ ਉਧਰੋਂ ਜਿਹੜਾ ਓਵਰ ਬ੍ਰਿਜ ਨਹੀਂ ਬਣਨ ਦੇ ਕਾਰਨ ਉਹ ਫਲੋਰ ਦੇ ਜਿਹੜੇ ਉਹ ਵਪਾਰ ਦੇ ਉੱਤੇ, ਬਾਜ਼ਾਰ ਦੇ ਵਪਾਰ ਦੇ ਉੱਤੇ ਫਰਕ ਹੈ? ਬਹੁਤ ਜ਼ਿਆਦਾ। ਸਾਡੇ ਗਾਹਕ ਆਉਂਦਾ ਹੀ ਨਹੀਂ ਇੱਥੇ। ਜਿੱਦਾਂ ਜੇ ਪੁਲ ਬਣੂਗਾ ਸਾਡੇ ਫਲੋਰ ਦੀ ਸ਼ਾਨ ਬਣ ਜਾਣੀ ਆ, ਤੇ ਨਾਲ ਚੌਧਰੀ ਸਾਹਿਬ ਦੀ ਸ਼ਾਨ ਬਣੂਗੀ, ਐਸੀ ਗੱਲ ਨਹੀਂ। ਕਿਉਂਕਿ ਚੌਧਰੀ ਸਾਹਿਬ ਉਹਨਾਂ ਦਾ ਬੇਟਾ ਬਹੁਤ ਕੰਮ ਕਰਦਾ। ਚੌਧਰੀ ਸਾਹਿਬ ਬਿਕਰਮ ਜੀ ਜਿਹੜਾ ਹੈਗਾ ਉਹਦਾ ਬੇਟਾ, ਉਹਨਾਂ ਦਾ ਬਹੁਤ ਪਿਆਰਾ ਬੱਚਾ ਉਹ, ਲੇਕਿਨ ਉਹ ਕੋਸ਼ਿਸ਼ ਵੀ ਕਰਦਾ ਕਰਨ ਦੀ, ਲੇਕਿਨ ਉਹ ਹੋ ਨਹੀਂ, ਕੋਈ ਹੱਥ ਪੱਲਾ ਪੈ ਨਹੀਂ ਰਿਹਾ ਉਹਨਾਂ ਦਾ। ਔਰ ਤੁਸੀਂ ਕੀ ਚਾਹੁੰਦੇ ਹੋ? ਬਸ ਮੈਂ ਚਾਹੁੰਦਾ ਇੱਕ ਪੁਲ ਬਣੇ, ਇੱਕ ਜਿਹੜਾ ਬੱਸ ਸਟੈਂਡ, ਤੁਸੀਂ ਬੱਸ ਸਟੈਂਡ ਫਲੋਰ ਦਾ ਬਣੇ, ਤੇ ਸੜਕਾਂ ਸਾਰੀਆਂ ਮੁਕੰਮਲ ਹੋਣ। ਵੈਸੇ ਹੋ ਤਾਂ ਗਈਆਂ, ਥੋੜ੍ਹੀਆਂ ਰਹਿ ਗਈਆਂ, ਉਹ ਵੀ ਹੋ ਜਾਣ। ਸਰ, ਜਿਹੜੀ ਸਟੇਸ਼ਨ ਤੋਂ ਲੈ ਕੇ ਬੱਸ ਸਟੈਂਡ ਨੂੰ ਜਿਹੜੀ ਇੱਕ ਮੇਨ ਸੜਕ ਜਾਂਦੀ, ਉਹਦੇ ਬਾਰੇ ਸਮੱਸਿਆ ਨਾਲ ਜੂਝ ਰਿਹਾ ਵੀ ਇਹ ਕਾਫੀ ਲੰਬੇ ਸਮੇਂ ਤੋਂ ਜਿਹੜੀ ਉਹ ਸੜਕ ਨਹੀਂ ਬਣੀ, ਉਹਦੇ ਬਾਰੇ ਤੁਹਾਨੂੰ ਕੀ ਲੱਗਦਾ? ਨਹੀਂ, ਉਹ ਰੇੜੀਆਂ ਵਾ, ਰੇੜੀਆਂ ਦਾ ਕੁਝ ਲੱਗ ਗਿਆ ਕਰਨ। ਰੇੜੀਆਂ ਜ਼ਿਆਦਾ ਲੱਗੀਆਂ ਨਾ ਸੜਕ 'ਤੇ, ਜਾਂ ਵਾਕਈ ਉੱਥੇ ਟ੍ਰੈਫਿਕ ਜਾਮ ਹੋ ਜਾਂਦੀ ਆ। ਸੜਕ ਜਗ੍ਹਾ ਹੀ ਹੈ ਨਹੀਂ ਲੰਘਣ ਨੂੰ। ਇਹ ਤੁਹਾਡੀ ਬਹੁਤ ਸਹੀ ਸਵਾਲ ਹੈ, ਇਹਦਾ ਬਹੁਤ ਸਹੀ ਸਵਾਲ ਪੁੱਛਿਆ ਤੁਸੀਂ। ਇਹ ਜਿਹੜਾ ਸੜਕ ਆ ਨਾ ਉਹ ਗੱਲ ਕਰ ਲੈਂਦੇ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ੍ਰੀ ਅਕਾਲ ਜੀ। ਭਾਜੀ, ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਆਉਣ ਵਾਲੀ 14 ਫਰਵਰੀ ਨੂੰ ਜਿਹੜੀਆਂ ਉਹ ਨਗਰ ਕੌਂਸਲ ਫਲੋਰ ਦੀਆਂ ਚੋਣਾਂ ਜਿਹੜੀਆਂ ਉਹ ਕਰਵਾਈਆਂ ਜਾ ਰਹੀਆਂ, ਔਰ ਤੁਸੀਂ ਨਗਰ ਕੌਂਸਲ ਫਲੋਰ ਦੀ ਪਿਛਲੇ 5 ਸਾਲ ਦੀ ਕਾਰਗੁਜ਼ਾਰੀ ਨੂੰ ਕਿਵੇਂ ਦੇਖਦੇ ਹੋ? ਐਵਰੇਜ ਹੀ ਸੀ, ਬਿਲਕੁਲ ਕੋਈ ਜ਼ਿਆਦਾ ਖਾਸ ਨਹੀਂ ਸੀਗੀ। ਔਰ ਸਰ, ਫਲੋਰ ਸਰਵੇ ਕੀਤਾ, ਉਹਦੇ ਵਿੱਚ ਸਾਨੂੰ ਇਹ ਦੇਖਣ ਨੂੰ ਮਿਲਿਆ ਕਿ ਜਿਹੜਾ ਫਲੋਰ ਸ਼ਹਿਰ ਆ ਉਹ 2 ਹਿੱਸਿਆਂ 'ਚ ਵੰਡਿਆ ਗਿਆ, ਕਿਉਂਕਿ ਜਿਹੜਾ ਡਾਕਟਰ ਅੰਬੇਦਕਰ ਚੌਂਕ ਦੇ ਕੋਲ ਜਿਹੜਾ ਰੇਲਵੇ ਫਾਟਕ ਪੈਂਦਾ, ਕਿਉਂਕਿ ਉੱਥੇ ਓਵਰ ਬ੍ਰਿਜ ਨਹੀਂ ਬਣਿਆ। ਔਰ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਕਾਗਜ਼ਾਂ 'ਚ ਪਤਾ ਨਹੀਂ ਕਿੰਨੀ ਵਾਰੀ ਬਣ ਚੁੱਕਾ ਆ, ਪਰ ਉਸ ਤੋਂ ਬਾਅਦ ਅਜੇ ਤੱਕ ਇੱਥੇ ਦੇਖਣ ਨੂੰ ਤਾਂ ਕਦੇ ਬਣਿਆ ਨਹੀਂਗਾ ਕਿ ਉਹ ਬਣਿਆ ਹੋਵੇ।
ਔਰ ਅਸੀਂ ਬਾਜ਼ਾਰ ਦੇ ਵਾਸੀਆਂ ਦੇ ਨਾਲ, ਫਲੋਰ ਮੇਨ ਬਾਜ਼ਾਰ ਦੇ ਵਾਸੀਆਂ ਦੇ ਨਾਲ ਗੱਲ ਕੀਤੀ, ਦੁਕਾਨਦਾਰਾਂ ਦੇ ਨਾਲ ਗੱਲ ਕੀਤੀ। ਉਹ ਕਹਿੰਦੇ ਵੀ ਇੱਕ ਬਹੁਤ ਜ਼ਿਆਦਾ ਵੱਡੀ ਸਮੱਸਿਆ ਵੀ ਉਹ ਜਿਹੜਾ ਫਾਟਕ ਦੀ ਵਜ੍ਹਾ ਦੇ ਨਾਲ ਜਿਹੜਾ ਕਸਟਮਰ ਜਿਹੜਾ ਉਹ ਫਲੋਰ ਬਾਜ਼ਾਰ ਦੇ ਵਿੱਚ ਨਹੀਂ ਐਂਟਰ ਆਉਂਦਾ, ਕਿਉਂਕਿ ਜਿਹੜੇ ਉਧਰਲੇ ਪਿੰਡਾਂ ਦੇ ਗਾਹਕ ਨੇ ਉਹ ਉੱਧਰ ਰਹਿ ਜਾਂਦੇ। ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਵੀ ਜਿਹੜਾ ਫਲੋਰ ਬਾਜ਼ਾਰ ਨੂੰ ਉਸ ਫਾਟਕ ਦੇ ਉੱਤੇ ਓਵਰਬ੍ਰਿਜ ਨਾ ਬਣਨ ਦਾ, ਜਿਹੜਾ ਉੱਥੇ ਓਵਰਬ੍ਰਿਜ ਆ ਉਹ ਨਹੀਂ ਬਣਾਇਆ ਗਿਆ, ਉਹਦਾ ਲਾਸ ਹੈ ਜਾਂ ਨਹੀਂ ਹੈ? ਬਹੁਤ ਜ਼ਿਆਦਾ ਲਾਸ ਆ ਜੀ। ਉਹ ਜਲਦੀ ਤੋਂ ਜਲਦੀ ਫਾਟਕ ਬਣਨਾ, ਪੁਲ ਉੱਥੇ ਬਣਨਾ ਚਾਹੀਦਾ ਆ। ਤੁਹਾਨੂੰ ਕੀ ਲੱਗਦਾ ਵੀ ਉਹਦਾ ਅਸਰ ਤੁਹਾਡੇ ਕੰਮਾਂ ਕਾਰਾਂ ਤੇ ਹੈ? ਬਿਲਕੁਲ ਹੈਗਾ ਹੈ ਜੀ। ਔਰ ਸਰ ਜਿਹੜੇ ਫਲੋਰ ਦੀ ਬੱਸ ਸਟੈਂਡ ਦੀ ਸਮੱਸਿਆ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਬੱਸ ਸਟੈਂਡ ਫਲੋਰ 'ਚ ਵਧੀਆ ਤਰੀਕੇ ਨਾਲ ਕਿਸੇ ਅੱਛੀ ਜਗ੍ਹਾ ਤੇ ਬਣਨਾ ਚਾਹੀਦਾ ਆ, ਜਦ ਕਿ ਇੱਥੇ ਕੋਈ ਨਹੀਂ ਹੈਗਾ, ਕੋਈ ਵਾਲੀ ਬੱਸ ਨਹੀਂ ਫਲੋਰ ਦਾ ਚੱਜ ਨਾਲ ਹੈਗਾ ਜਿਹੜਾ ਕਿ ਸਹੀ ਤਰੀਕੇ ਨਾਲ ਇਹਦੀ ਦੇਖਭਾਲ ਕਰ ਸਕੇ ਫਲੋਰ ਦੀ। ਔਰ ਜਦੋਂ ਇਲੈਕਸ਼ਨਾਂ ਦੇ ਦਿਨ ਹੁੰਦੇ ਨੇ, ਹਰੇਕ ਕੈਂਡੀਡੇਟ ਤੁਹਾਡੇ ਕੋਲ ਆਣ ਕੇ ਹੱਥ ਜੋੜਦਾ ਔਰ ਵੋਟਾਂ ਮੰਗਦਾ ਔਰ ਵਾਅਦੇ ਕਰਦਾ। ਉਸ ਵਾਅਦਿਆਂ ਨੂੰ ਤੁਸੀਂ ਕੀ ਦੇਖਦੇ ਹੋ ਵੀ ਤੁਹਾਡਾ ਉਸ ਕੈਂਡੀਡੇਟਾਂ ਦੇ ਉੱਤੇ ਵਿਸ਼ਵਾਸ ਹੈ ਜਾਂ ਨਹੀਂ ਹੈ? ਸਿਰਫ ਵਾਅਦੇ ਹੀ ਵਾਅਦੇ ਰਹਿ ਜਾਂਦੇ ਆ, ਉਹਨਾਂ 'ਚ ਕੁਝ ਨਹੀਂ ਹੈਗਾ। ਔਰ ਤੁਸੀਂ ਕਿਹੋ ਜੀ ਮੰਗ ਕਰਦੇ ਹੋ ਵੀ ਜਿਹੜਾ ਆਉਣ ਵਾਲਾ ਕੈਂਡੀਡੇਟ ਉਹ ਕਿੱਦਾਂ ਦਾ ਹੋਣਾ ਚਾਹੀਦਾ? ਕੈਂਡੀਡੇਟ ਸਾਫ਼ ਸੁਥਰੀ ਛਵੀ ਦਾ ਹੋਵੇ, ਬਾਕੀ ਉਹ ਕੰਮ ਕੁਝ ਕਰਕੇ ਦਿਖਾਵੇ ਫਲੋਰ ਦੇ ਵਿੱਚ, ਕਿ ਜਿਹੜਾ ਫਲੋਰ ਦਾ ਕੋਈ ਲੀਡਰ ਚੱਜ ਦਾ ਹੋਵੇ ਜਿਹੜਾ ਕੰਮ ਕਰਕੇ ਦਿਖਾਉਂਦਾ ਹੋਵੇ। ਜਦ ਕੰਮ ਹੀ ਨਹੀਂ ਕਰਕੇ ਦਿਖਾਉਂਦੇ ਹੈਗੇ, ਬਸ ਵਾਅਦੇ ਹੀ ਵਾਅਦੇ ਰਹਿ ਜਾਂਦੇ ਆ। ਨਵੀਂ ਪਟਵਾਲੀਆ ਦੇ ਨਾਲ ਵਿਕਾਸ ਫਲੋਰ ਦੀ ਰਿਪੋਰਟ।